नहमदुहु व नसल्ली अला रसूलिहिल करीम अम्मा बाद औज़ु बिल्लाहि मिनश शैतानिर रजीम बिस्मिल्लाहिर्रहमानिर रहीम। अस्सलामु अलैकुम रहमतुल्लाहि व बरकातहू। मैं रुबीना अकमल दीन इस्लाम दी एक अदना जी कनीस और खातमा तुहाडे नाल मुखातब हां और मेरी कोशिश है कि मैं कुरान पाक दा तर्जमे नूं तुहाडे सामने पंजाबी दे विच पेश करां और उहदी तफसीर इस तरह बयान करां कि ਸਾਡੇ ਵਿੱਚੋਂ ਜਿਹੜੇ ਵੀ ਲੋਕ ਕੁਰਾਨ ਪਾਕ ਨੂੰ ਅਜੇ ਤੱਕ ਤਰਜਮੇ ਨਾਲ ਨਹੀਂ ਪੜ੍ਹ ਸਕੇ ਜਾਂ ਉਹ ਨਹੀਂ ਸਮਝ ਸਕੇ ਉਹਨਾਂ ਨੂੰ ਵੀ ਸਮਝ ਆ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀਆਂ ਨੂੰ ਅੱਲਾਹ ਤਾਲਾ ਦੇ ਅਹਿਕਾਮ ਦੇ ਮੁਤਾਬਿਕ ਗੁਜ਼ਾਰ ਸਕਣ ਤੇ ਆਪਣੀ ਦੀਨ ਔਰ ਆਪਣੀ ਦੁਨੀਆ ਔਰ ਆਖਰਤ ਨੂੰ ਸੰਵਾਰ ਸਕਣ। ਸੂਰਤ ਇਬਰਾਹੀਮ ਦੀਆਂ 45 ਆਇਤਾਂ ਅਸੀਂ ਪੜ੍ਹ ਲਈਆਂ ਨੇ। ਹੁਣ ਅਸੀਂ ਸੂਰਤ ਇਬਰਾਹੀਮ ਦੀਆਂ ਅਗਲੀਆਂ ਆਇਤ ਪੜਾਂਗੇ ਔਰ ਇਹਦੀ ਤਲਾਵਤ और इदा तर्जमा और तफसीर तुसी सुनन दी सादत हासिल करोगे। बिस्मिल्लाहिर्रहमानिर्रहीम। वक़द मकरू मकरहुम व इंदल्लाहि मकरहुम व इन काना मकरुहुम लितज़ूला मिनहुल जिबालु फला तहसबन्नल्लाहा मुखलिफा वादिही रसूला इन्नल्लाहा अज़ीज़ुन ज़ुन्तिक़ाम यौमा तुबद्दलुल अर्ज़ु गैरल अर्ज़ि वस्समावातु व बरज़ु लिल्लाहिल वाहिदिल क़हार व तरल मुजरिमीना यौमा इज़िम मुक़र्रनीना फिल अस्फ़ाद सराबीलुहुम मिन क़तिरानिम व तग़शा वजूहहुमुन नार लियज़्ज़ियल्लाहु कुल्ला नफ़्सिम मा कसबत इन्नल्लाहा सरीउल हिसाब हाज़ा बलागुन लिन्नासि व लियुनज़रु बिही व लियअलमू अन्नमा हुवा इलाहुम वाहिदुम व लियज़क्करु उलुल अलबाब। और यकीनन ਉਹ ਆਪਣੀਆਂ ਚਾਲਾਂ ਚੱਲ ਚੁੱਕੇ ਨੇ ਔਰ ਇਹਨਾਂ ਦੀਆਂ ਸਭ ਚਾਲਾਂ ਅੱਲਾਹ ਸੋਹਣੇ ਦੇ ਕੋਲ ਨੇ ਔਰ ਇਹਨਾਂ ਦੀਆਂ ਚਾਲਾਂ ਐਸੀਆਂ ਨਹੀਂ ਸੀ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਪਹਾੜ ਹਿੱਲ ਜਾਂਦੇ। ਚੁਨਾਚੇ ਤੁਸੀਂ ਹਰਗਿਜ਼ ਖਿਆਲ ਨਾ ਕਰੋ ਕਿ ਅੱਲਾਹ ਆਪਣੇ ਰਸੂਲਾਂ ਦੇ ਨਾਲ ਵਾਦਾ ਖਿਲਾਫੀ ਕਰੇਗਾ। ਬੇਸ਼ੱਕ ਅੱਲਾਹ ਗਾਲਿਬ ਹੈ ਤੇ ਇੰਤਕਾਮ ਲੈਣ ਵਾਲਾ ਹੈ। ਜਿਸ ਦਿਨ ਇਹ ਜ਼ਮੀਨ दूसरी जमीन के नाल बदल दी जाएगी ते आसमान में ते लोग अल्लाह वाहिद कहर वाले दे सामने पेश होवणगे और इस दिन आप सारे मुजरम जंजीरां दे विच जकड़े हुए वेखोगे। इन्हां दे कुर्ते गंदक दे होवणगे ते अग इन्हां दे चेहरिਆਂ ਨੂੰ टांपदी होएगी ताकि अल्लाह हर नफ्स ਨੂੰ ਇਹਦੇ अमल दी जज़ा दे जो इन्हें कमाया। बेशक अल्लाह बहुत जल्द हिसाब लैन वाला है। ਇਹ ਕੁਰਾਨ ਲੋਕਾਂ ਲਈ ਇੱਕ ਪੈਗਾਮ ਹੈ ਤਾਂ ਕਿ ਇਹਦੇ ਜ਼ਰੀਏ ਇਹਨਾਂ ਨੂੰ ਡਰਾਇਆ ਜਾਏ ਔਰ ਤਾਂ ਕਿ ਇਹਨਾਂ ਨੂੰ ਮਾਲੂਮ ਹੋ ਜਾਵੇ ਕਿ ਬੇਸ਼ੱਕ ਉਹੀਓ ਅੱਲਾਹ ਮਾਬੂਦ ਤੇ ਵਾਹਿਦ ਹੈ ਤਾਂ ਕਿ ਅਕਲਮੰਦ ਨਸੀਹਤ ਹਾਸਲ ਕਰਨ। ਸੂਰਤ ਇਬਰਾਹੀਮ ਦੀਆਂ ਇਹ ਆਖਰੀ ਆਇਤ ਨੇ ਜਿਹਦੇ ਵਿੱਚ ਅੱਲਾਹ ਤਾਲਾ ਨੇ ਮੁਜਰਮਾਂ ਦੇ ਬਾਰੇ ਚ ਬਿਆਨ ਕੀਤਾ ਹੈ ਕਿ ਉਹ ਐਸੇ ਨਹੀਂ ਕਿ ਸਾਨੂੰ ਉਹ ਮਜਬੂਰ ਕਰ ਦੇਣ बल्कि ਉਹ ਤੇ ਬਹੁਤ ਹੀ ਕਮਜ਼ੋਰ ਤਦਬੀਰ ਵਾਲੇ ਨੇ। ਤੇ ਤੁਸੀਂ ਦੇਖੋਗੇ ਉਸ ਦਿਨ ਜਿਸ ਦਿਨ ਨੂੰ ਵੱਡਾ ਦਿਨ ਕਿਹਾ ਜਾਂਦਾ ਹੈ ਔਰ ਕਿਆਮਤ ਦਾ ਦਿਨ ਔਰ ਰੋਜ਼ੇ ਹਸ਼ਰ ਕਿ ਉਹ ਕਿਸ ਤਰ੍ਹਾਂ ਮੁਜਰਮ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਏ ਆਣਗੇ ਔਰ ਉਸ ਦਿਨ ਇਹ ਜਿਹੜੀ ਜ਼ਮੀਨ ਹੈ ਜਿਹੜੀ ਅਸੀਂ ਤੁਹਾਡੇ ਪੈਰਾਂ ਥੱਲੇ ਵਿਛਾਈਏ ਇਹਦੇ ਬਦਲੇ 'ਚ ਕੋਈ ਹੋਰ ਜ਼ਮੀਨ ਹੋਵੇਗੀ ਔਰ ਇਹ ਆਸਮਾਨ ਜਿਹੜਾ ਤੁਹਾਡੇ ਸਿਰਾਂ ਉੱਤੇ ਵੇ ਇਸ ਸਮਾਨ ਦੀ ਜਿਹੜੀ ਖੱਲ ਹੈ ਉਹ ਸਭ ਖਿੱਚ ਲਈ ਜਾਏਗੀ और ਜਿਹੜਾ आसमान भी टुकड़े टुकड़े हो जाएगा और एक नवा आसमान ਤੁਹਾਡੇ सामने होएगा और एक नवी ਜ਼ਮੀਨ ਤੁਸੀਂ ਵੇਖੋਗੇ और ਜਿਹੜੇ ਫਰਿਸ਼ਤੇ ਨੇ ਫਿਰ ਉਹ ਕਤਾਰ ਦਰ ਕਤਾਰ ਆਸਮਾਨਾਂ ਤੋਂ ਉਤਰਨਗੇ ਔਰ ਉਹਨਾਂ ਸਾਹਮਣੇ ਫਿਰ ਇਹ ਜਿਹੜੇ ਮੁਜਰਮ ਨੇ ਜਿਹੜੇ ਇਸ ਦਿਨ ਦਾ ਇਨਕਾਰ ਕਰਦੇ ਸੀ ਉਹ ਜ਼ੰਜੀਰਾਂ ਦੇ ਵਿੱਚ ਜਕੜੇ ਹੋਏ ਲਿਆਏ ਜਾਣਗੇ ਜਿਨ੍ਹਾਂ ਦੇ ਕੱਪੜੇ ਯਾਨੀ ਜਿਹੜੇ ਕੁਰਤੇ ਪਾਵਣਗੇ ਉਹ ਗੰਦਕ ਦੇ ਹੋਣਗੇ ਤੇ ਅੱਗ ਇਹਨਾਂ ਦੇ ਚਿਹਰਿਆਂ ਨੂੰ ਟਾਂਪ ਰਹੀ ਹੋਏਗੀ। ਤੇ ਇਹ ਕੁਰਾਨ ਤੇ ਲੋਕਾਂ ਲਈ ਇੱਕ ਪੈਗਾਮ ਹੈ ਤਾਂ ਕਿ ਇਹਦੇ ਜ਼ਰੀਏ ਅੱਲਾਹ ਤਾਲਾ ਲੋਕਾਂ ਨੂੰ ਡਰਾਵੇ ਉਸ ਦਿਨ ਤੋਂ ਜਿਸ ਦਿਨ ਕਿਸੇ ਦੀ ਸਿਫਾਰਿਸ਼ ਕੰਮ ਨਹੀਂ ਆਏਗੀ ਔਰ ਹਰ ਨਫਸ ਨੂੰ ਆਪਣੀ ਹੀ ਹਿਸਾਬ ਦੇਣਾ ਪਏਗਾ ਔਰ ਹਰ ਸ਼ਖਸ ਨਫਸੀ ਕਰਦਾ ਹੋਏਗਾ ਕਿ ਉਹਨੂੰ ਆਪਣੇ ਵਾਸਤੇ ਹੀ ਬਚਾਣਾ ਆਪਣੇ ਆਪ ਨੂੰ ਮੁਸ਼ਕਿਲ ਹੋਵੇਗਾ ਤਾਂ ਕਿ ਇਸ ਕੁਰਾਨ ਦੇ ਜ਼ਰੀਏ ਅੱਲਾਹ ਤਾਲਾ ਲੋਕਾਂ ਨੂੰ ਖਬਰਦਾਰ ਕਰ ਸਕੇ ਕਿ ਤੁਹਾਡਾ ਇੱਕੋ ਹੀ ਰੱਬ ਹੈ ਤਾਂ ਕਿ ਅਕਲਮੰਦ ਲੋਕੀ ਨਸੀਹਤ ਹਾਸਲ ਕਰ ਸਕਣ। ਸੂਰਤ ਇਬਰਾਹੀਮ ਅਸੀਂ ਜਿਹੜੀ ਹੁਣੇ ਪੜ੍ਹੀ ਹੈ ਇਹ ਮੱਕੀ ਸੀ ਤੇ 7 ਦੇ ਰਕੂ ਸਨ ਤੇ 52 ਆਇਤ ਸਨ। ਇਹਦੇ ਵਿੱਚ ਅੱਲਾਹ ਤਾਲਾ ਨੇ ਦੀਨੇ ਹੱਕ ਦੀ ਇੱਕ ਰਾਹ ਦੱਸੀ ਹੈ ਤੇ ਬਾਕੀ ਸਾਰੇ ਕੁਫਰ ਜ਼ਲਾਲਤ ਦੇ ਤਰੀਕੇ ਦੱਸੇ ਨੇ ਕਿ ਇਹਦੇ ਇਲਾਵਾ ਜਿਹੜਾ ਦੀਨੇ ਹੱਕ ਹੈ ਉਹ ਇੱਕੋ ਹੀ ਹੈ ਤੇ ਬਾਕੀ ਜਿੰਨੇ ਵੀ ਇਹਦੇ ਆਲੇ ਦੁਆਲੇ ਰਸਤੇ ਨਜ਼ਰ ਆਉਂਦੇ ਨੇ ਜਾਂ ਦੀਨ ਨਜ਼ਰ ਆਉਂਦੇ ਨੇ ਉਹ ਸਾਰੇ ਹੀ ਗੁੰਮਰਾਹੀ ਵੱਲ ਲੈ ਕੇ ਜਾਂਦੇ ਨੇ ਤੇ ਇਨਸਾਨਾਂ ਦੀ ਨਜਾਤ ਕਲਮਾ ਤੌਹੀਦ ਦੇ ਬਗੈਰ ਨਾਮੁਮਕਿਨ ਹੈ। ਤੇ ਕੁਫਾਰ ਇਹ ਨਾ ਸਮਝਣ ਕਿ ਉਹ ਨੇਕ ਕੰਮ ਕਰਕੇ ਤੇ ਅੱਲਾਹ ਤਾਲਾ ਦੀ ਆਇਤ ਦਾ ਇਨਕਾਰ ਕਰਕੇ ਆਖਰਤ ਦੇ ਵਾਰਿਸ ਬਣ ਜਾਣਗੇ ਬਲਕਿ ਆਖਰਤ ਦੀ ਜੰਨਤ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਅੱਲਾਹ ਤਾਲਾ ਨੂੰ ਇੱਕ ਵਾਹਿਦ
ਜਾਣਦੇ ਨੇ, ਉਹਦੇ ਨਾਲ ਕੋਈ ਸ਼ਿਰਕ ਨਹੀਂ ਕਰਦੇ, ਆਖਰਤ ਦੇ ਦਿਨ ਤੇ ਈਮਾਨ ਰੱਖਦੇ ਨੇ ਤੇ ਸਾਰੇ ਰਸੂਲਾਂ ਉੱਤੋਂ ਈਮਾਨ ਰੱਖਦੇ ਨੇ ਔਰ ਕਿਸੇ ਰਸੂਲ ਵਿੱਚ ਫਰਕ ਨਹੀਂ ਕਰਦੇ ਔਰ ਨੇਕ ਅਮਾਲ ਕਰਦੇ ਨੇ, ਨਮਾਜ਼ ਕਾਇਮ ਰੱਖਦੇ ਨੇ, ਜ਼ਕਾਤ ਦਿੰਦੇ ਨੇ ਤੇ ਅੱਲਾਹ ਤਾਲਾ ਨੇ ਜਿਨ੍ਹਾਂ ਕੰਮਾਂ ਦਾ ਹੁਕਮ ਦਿੱਤਾ ਹੈ ਉਹ ਕਰਦੇ ਨੇ ਤੇ ਜਿਨ੍ਹਾਂ ਤੋਂ ਮਨਾ ਕੀਤਾ ਹੈ ਉੱਥੋਂ ਉਹ ਰੁਕਦੇ ਨੇ ਤੇ ਬੁਰਾਈ ਦੀ ਨੂੰ ਨਸ਼ਰ ਨਹੀਂ ਕਰਦੇ ਔਰ ਜਦੋਂ ਗੁਨਾਹ ਹੋ ਜਾਂਦਾ ਹੈ ਤਾਂ ਉਹ ਤੋਂ ਤੌਬਾ ਕਰਦੇ ਨੇ ਔਰ ਖਾਣਾ ਖਿਲਾਉਂਦੇ ਨੇ ਤੇ ਮਸਕੀਨ ਦਾ ਹੱਕ ਨਹੀਂ ਰੱਖਦੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਉੱਤੇ ਅੱਲਾਹ ਦੀਆਂ ਨਿਮਤਾਂ ਨੇ ਔਰ ਇਹੋ ਲੋਕ ਕਾਮਯਾਬ ਹੋਣਗੇ। ਸਦਕ ਅੱਲਾਹੁਲ ਅਜ਼ੀਮ। ਸੂਰਤ ਇਬਰਾਹੀਮ ਤੋਂ ਬਾਅਦੋਂ ਹੁਣ ਤੁਸੀਂ ਸੂਰਤੁਲ ਹਜਰ ਪਾਰਾ ਨੰਬਰ 13 ਦੀਆਂ ਆਇਤ ਤੇ ਕੁਰਾਨੀ ਔਰ ਇਹਦਾ ਤਰਜਮਾ ਔਰ ਤਫਸੀਰ ਸੁਣਨ ਦੀ ਸਾਦਤ ਹਾਸਲ ਕਰੋਗੇ। ਸੂਰਤ ਹਜਰ ਅਸਲ ਦੀ ਸ਼ਾਨੇ ਨਜ਼ੂਲ ਇਹ ਵੇ ਕਿ ਹਜਰ ਕਿਹਾ ਜਾਂਦਾ ਹੈ ਇੱਕ ਪੱਥਰ ਨੂੰ। ਇੱਕ ਵਾਦੀ ਹੈ ਜਿਹੜੀ ਮਦੀਨਾ ਔਰ ਮੱਕਾ ਦੇ ਕਰੀਬ ਹੈ ਔਰ ਇਹ ਸੂਰਤ ਜਿਹੜੀ ਹੈ ਇਹ ਮੱਕੀ ਹੈ। ਇਹਦੇ ਵਿੱਚ 6 ਰਕੂ ਨੇ ਤੇ 99 ਆਇਤਾਂ ਨੇ। ਹਜ਼ਰਤ ਅਲੀ ਮੁਰਤਜ਼ਾ ਰਜ਼ੀ ਅੱਲਾ ਅਨਹੁ ਫਰਮਾਉਂਦੇ ਨੇ ਕਿ ਲੰਮੀਆਂ ਉਮੀਦਾਂ ਆਖਰਤ ਨੂੰ ਭੁਲਾਉਂਦੀਆਂ ਨੇ ਤੇ ਖਾਸ਼ਾਤ ਦਾ ਇਤਬਾ ਹੱਕ ਤੋਂ ਰੁਕਦਾ ਹੈ। ਕੁਰਾਨ ਪਾਕ ਐਸੀ ਕਿਤਾਬ ਹੈ ਜਿਹਨੂੰ ਸਾਰੇ ਜਿੰਨੋਂ ਇੰਸ ਮਿਲ ਕੇ ਵੀ ਇੱਕ ਹਰਫ ਦੀ ਵੀ ਤਗਯਰ ਤਬਦਲ ਨਹੀਂ ਕਰ ਸਕਦੇ ਔਰ ਆਜਜ਼ ਨੇ ਸਾਰੇ ਸ਼ਯਾਤੀਨ ਔਰ ਸਾਰੇ ਇਨਸਾਨ ਔਰ ਸਾਰੇ ਜਿਨ ਕਿ ਉਹ ਇਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕੋਈ ਇੱਕ ਲਫ਼ਜ਼ ਵੀ ਸ਼ਾਮਲ ਕਰ ਸਕਣ। ਤੇ ਅੱਲਾਹ ਤਾਲਾ ਨੇ ਸੂਰਤੁਲ ਹਜਰ ਜਿਹੜੀ ਇੱਕ ਵਾਦੀ ਦਾ ਨਾਮ ਹੈ ਜਿਹੜੀ ਮਦੀਨਾ ਤੇ ਸ਼ਾਮ ਦੇ ਦਰਮਿਆਨ ਹੈ ਔਰ ਉਹਨਾਂ ਵੱਲ ਇੱਕ ਰਸੂਲ ਹਜ਼ਰਤ ਸਾਲਿਆ ਨੂੰ ਭੇਜਿਆ ਇਸ ਵਾਦੀ ਦੇ ਵਿੱਚ ਔਰ ਉਹਨਾਂ ਨੇ ਹਜ਼ਰਤ ਸਾਲਿਆ ਦੀ ਤਕਜ਼ੀਬ ਕੀਤੀ। ਉਹ ਲੋਕੀ ਬੁੱਤਾਂ ਦੀ ਇਬਾਦਤ ਕਰਦੇ ਸੀ ਤੇ ਇੱਕ ਅੱਲਾਹ ਨੂੰ ਨਹੀਂ ਮੰਨਦੇ ਸੀ ਤੇ ਅੱਲਾਹ ਤਾਲਾ ਨੇ ਹਜ਼ਰਤ ਸਾਲਿਆ ਨੂੰ ਇਸ ਵਾਦੀ ਦੇ ਵਿੱਚ ਭੇਜਿਆ ਤਾਂ ਜੇ ਉਹ ਲੋਕਾਂ ਨੂੰ ਇੱਕ ਅੱਲਾਹ ਦੀ ਇਬਾਦਤ ਵੱਲ ਲੈ ਕੇ ਆਣ। ਤੇ ਉਹਨਾਂ ਨੇ ਆਖਿਆ ਕਿ ਤੂੰ ਤੇ ਬੜਾ ਚੰਗਾ ਬੰਦਾ ਸੈਂ, ਸਾਡੇ ਵਿੱਚ ਕੁਝ ਵਕਤ ਤੂੰ ਗੁਜ਼ਾਰਿਆ ਹੈ ਤੇ ਹੁਣ ਤੂੰ ਕੀ ਅਚਾਨਕ ਕਹਿਣ ਲੱਗ ਪਿਆ ਹੈ ਕਿ ਅੱਲਾਹ ਇੱਕ ਹੈ ਤੇ ਇਹ ਜਿਹੜੇ ਬੁੱਤ ਨੇ ਇਹ ਸਭ ਝੂਠ ਹੈ ਤੇ ਅੱਲਾਹ ਦੀ ਅਸੀਂ ਇਬਾਦਤ ਕਰੀਏ ਤੇ ਕਲਮਾ ਪੜ੍ਹੀਏ ਔਰ ਰਸੂਲਾਂ ਉੱਤੇ ਯਕੀਨ ਕਰੀਏ। ਅਸੀਂ ਕਿਉਂ ਯਕੀਨ ਕਰਾਂਗੇ ਤੇਰੇ ਉੱਤੇ? ਤੂੰ ਤੇ ਸਾਡੇ ਵਿੱਚੋਂ ਹੀ ਇੱਕ ਆਦਮੀ ਹੈ ਔਰ ਅਗਰ ਤੂੰ ਰਸੂਲ ਹੈ ਤੇ ਕੋਈ ਮੌਜਜ਼ਾ ਵਿਖਾ। ਮੌਜਜ਼ ਸਾਮਈਨ ਪਹਿਲੇ ਜ਼ਮਾਨੇ ਦੇ ਲੋਕ ਹਮੇਸ਼ਾ ਮੌਜਜ਼ੇ ਦੀ ਤਵੱਕੋ ਕਰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਆਸਮਾਨੀ ਕਲਾਮ ਜਿਹੜਾ ਹੈ ਉਹ ਕਿਸੇ ਬਸ਼ਰ ਤੇ ਨਾਜ਼ਲ ਨਹੀਂ ਹੋ ਸਕਦਾ ਔਰ ਅਗਰ ਹੁੰਦਾ ਹੈ ਤਾਂ ਫਿਰ ਉਹਦੇ ਨਾਲ ਕੋਈ ਬਹੁਤ ਵੱਡੀ ਜਮਾਤ ਫਰਿਸ਼ਤਿਆਂ ਦੀ ਹੋਣੀ ਚਾਹੀਦੀ ਹੈ ਜਾਂ ਫਿਰ ਉਹ ਬਹੁਤ ਵੱਡਾ ਮਾਲਦਾਰ ਇਨਸਾਨ ਹੋਣਾ ਚਾਹੀਦਾ ਹੈ ਜਾਂ ਉਹਦੇ ਕੋਲ ਐਸੇ ਅਜੀਬੋ ਗਰੀਬ ਕਾਰਨਾਮੇ ਹੋਣੇ ਚਾਹੀਦੇ ਨੇ ਕਿ ਸਾਨੂੰ ਯਕੀਨ ਆ ਜਾਏ ਕਿ ਇਹ ਖੁਦਾ ਦਾ ਰਸੂਲ ਹੈ। ਤੇ ਫਿਰ ਉਹ ਕਹਿੰਦੇ ਸਨ ਕਿ ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋਗੇ, ਸਾਡੇ ਸਾਹਮਣੇ ਇੰਜ ਕਰਦੇ ਹੋਗੇ ਤਾਂ ਫਿਰ ਅਸੀਂ ਤੁਹਾਡੇ ਉੱਤੇ ਈਮਾਨ ਲੈ ਆਵਾਂਗੇ। ਤੇ ਚੂੰਕਿ ਅੱਲਾਹ ਤਾਲਾ ਦਾ ਮਕਸਦ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਉਹ ਇੱਕ ਅੱਲਾਹ ਦੀ ਇਬਾਦਤ ਕਰਨ ਤੇ ਅੱਲਾਹ ਤਾਲਾ ਨੇ ਉਹਨਾਂ ਦੀ ਸੋਚ ਦੇ ਮੁਤਾਬਿਕ ਫਿਰ ਰਸੂਲਾਂ ਨੂੰ ਮੌਜਜ਼ੇ ਵੀ ਦਿੱਤੇ ਤਾਂ ਕਿ ਇਹ ਬੁੱਤਾਂ ਦੀ ਪ੍ਰਸਤਸ਼ ਤੋਂ ਰੁਕ ਜਾਣ, ਮੌਜਜ਼ਾ ਵੇਖ ਕੇ ਹੀ ਯਕੀਨ ਕਰ ਲੈਣ ਔਰ ਜਹੰਨਮ ਦੀ ਅੱਗ ਤੋਂ ਬਚ ਜਾਣ। ਲਿਹਾਜ਼ਾ ਅੱਲਾਹ ਤਾਲਾ ਨੇ ਹਜ਼ਰਤ ਸਾਲਿਆ ਨੂੰ ਇੱਕ ਮੌਜਜ਼ਾ ਦਿੱਤਾ ਕਿ ਇੱਕ ਪਹਾੜ ਵਿੱਚੋਂ ਇੱਕ ਯਾਨੀ ਪਹਾੜ ਜਿਹੜਾ ਬਹੁਤ ਹੀ ਪੱਥਰ ਤੋਂ ਵੀ ਜ਼ਿਆਦਾ ਸਖਤ ਕਿਹਾ ਜਾ ਸਕਦਾ ਹੈ, ਜਿਹੜਾ ਬਹੁਤ ਹੀ ਪਥਰੀਲਾ ਪਹਾੜ, ਉਹਦੇ ਵਿੱਚੋਂ ਇੱਕ ਊਂਠਣੀ ਨੂੰ ਪੈਦਾ ਕੀਤਾ। ਉਹਨਾਂ ਦੀ ਕੌਮ ਆਈ ਔਰ ਉਹਨੇ ਦੇਖਿਆ ਕਿ ਇੱਕ ਪਹਾੜ ਦੇ ਵਿੱਚੋਂ ਇੱਕ ਬਹੁਤ ਵੱਡੀ ਊਂਠਣੀ ਪੈਦਾ ਹੋਈ ਹੈ। ਕਿੰਨੀ ਇੱਕ ਹੈਰਤ ਦੀ ਗੱਲ ਹੈ ਕਿ ਇੱਕ ਪਹਾੜ ਕਿੱਥੇ ਤੇ ਇੱਕ ਜ਼ਿੰਦਾ ਊਂਠਣੀ ਕਿੱਥੇ। ਨਾ ਸਿਰਫ ਉਹ ਪੈਦਾ ਹੋਈ ਹੈ ਬਲਕਿ ਬਹੁਤ ਵੱਡੀ ਹੈ ਔਰ ਅਜੀਬ ਅਜਾਇਬ ਉਤੇ ਉਹ ਮੁਸ਼ਤਮਿਲ ਹੈ ਕਿਉਂਕਿ ਜਦੋਂ ਉਹ ਪੈਦਾ ਹੋਈ ਹੈ ਤਾਂ ਉਹਨੇ ਇੱਕ ਬੱਚਾ ਪੈਦਾ ਕਰ ਦਿੱਤਾ ਹੈ ਔਰ ਉਸ ਤੋਂ ਬਾਅਦ ਉਹ ਇੰਨੀ ਕਸਰਤ ਦੇ ਨਾਲ ਉਹਨੇ ਦੁੱਧ ਦਿੱਤਾ ਹੈ ਕਿ ਸਾਰੀ ਕੌਮ ਸਮੂਦ ਨੂੰ ਉਹ ਕਾਫੀ ਸੀ। ਇਹ ਜਿਹੜੀ ਕੌਮ ਵੱਲ ਹਜ਼ਰਤ ਸਾਲਿਆ ਅਲੈਹਿਸਲਾਮ ਨੂੰ ਮਾਬੂਸ ਕੀਤਾ ਗਿਆ ਸੀ, ਇਸ ਕੌਮ ਨੂੰ ਕੌਮੇ ਸਮੂਦ ਵੀ ਕੁਰਾਨ ਪਾਕ ਦੇ ਵਿੱਚ ਆਖਿਆ ਗਿਆ ਹੈ। ਤੇ ਹਜ਼ਰਤ ਸਾਲਿਆ ਨੇ ਉਹਨਾਂ ਨੂੰ ਆਖਿਆ ਕਿ ਇਹ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਇੱਕ ਪਹਾੜ ਚੋਂ ਕਿ ਜਿਹੜਾ ਕਿ ਮੁਮਕਿਨ ਨਹੀਂ ਕਿ ਇੱਕ ਕੋਈ ਊਂਠੀ ਦਾ ਬੱਚਾ ਉਹ ਤੋਂ ਜੋ ਪੈਦਾ ਹੋਏ ਔਰ ਬਗੈਰ ਨਰ ਔਰ ਮਾਦਾ ਤੋਂ ਇੱਕ ਪਹਾੜ ਨੇ ਇੱਕ ਊਂਠਣੀ ਪੈਦਾ ਕੀਤੀ ਹੈ ਔਰ ਫਿਰ ਉਹਨੇ ਬੱਚਾ ਵੀ ਦਿੱਤਾ ਹੈ ਤਾਂ ਕਿ ਤੁਹਾਨੂੰ ਯਕੀਨ ਆ ਜਾਏ ਕਿ ਇਹ ਊਂਠਣੀ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਸਾਡੇ ਦੁਨੀਆ ਦੇ ਵਿੱਚ ਚੱਲ ਫਿਰ ਰਹੀਆਂ ਨੇ ਊਂਠਣੀਆਂ, ਉਹ ਵੀ ਇਸ ਤਰ੍ਹਾਂ ਹੀ ਬੱਚੇ ਦੇਣੀਆਂ ਨੇ। ਇਹਨੇ ਵੀ ਇਸ ਤਰ੍ਹਾਂ ਹੀ ਇੱਕ ਬੱਚਾ ਦਿੱਤਾ ਔਰ ਬਹੁਤ ਖੂਬਸੂਰਤ ਬੱਚਾ ਦਿੱਤਾ। ਉਸ ਤੋਂ ਬਾਅਦ ਉਹਨੇ ਦੁੱਧ ਵੀ ਉਸ ਤਰ੍ਹਾਂ ਹੀ ਦਿੱਤਾ ਜਿਸ ਤਰ੍ਹਾਂ ਬਾਕੀ ਊਂਠਣੀਆਂ ਦਿੰਦੀਆਂ ਸਨ, ਲੇਕਿਨ ਬੇਸ਼ੁਮਾਰ ਦੁੱਧ ਦਿੱਤਾ। ਇਸ ਮੌਜਜ਼ੇ ਨੂੰ ਵੇਖਣ ਤੋਂ ਬਾਅਦ ਵੀ ਲੋਕਾਂ ਨੇ ਇਹੀ ਆਖਿਆ ਕਿ ਇਹ ਤੇ ਜਾਦੂ ਹੈ। ਤੇ ਫਿਰ ਕੁਝ ਲੋਕਾਂ ਨੇ ਮੰਨਿਆ ਤੇ ਫਿਰ ਹਜ਼ਰਤ ਸਾਲਿਆ ਨੇ ਆਖਿਆ ਕਿ ਅਗਰ ਤੁਸੀਂ ਅੱਲਾਹ ਤਾਲਾ ਨੇ ਇਸ ਮੌਜਜ਼ੇ ਨੂੰ ਤੁਸੀਂ ਨੁਕਸਾਨ ਪਹੁੰਚਾਓਗੇ ਤੇ ਤੁਹਾਡੇ ਉੱਤੇ ਬੜਾ ਹੀ ਵੱਡਾ ਅਜ਼ਾਬ ਆਏਗਾ। ਤੇ ਉਹਨਾਂ ਜੋ ਇੱਕ ਸਰਕਸ਼ ਆਦਮੀ ਸੀ, ਬਹੁਤ ਹੀ ਬਦਬਖਤ, ਉਹਨੇ ਆਖਿਆ ਕੀ ਹੋ ਜਾਏਗਾ? ਤੇ ਉਹਨਾਂ ਨੇ ਹਜ਼ਰਤ ਸਾਲਿਆ ਨੇ ਆਖਿਆ ਕਿ ਅੱਲਾਹ ਤਾਲਾ ਤੁਹਾਡੇ ਤੇ ਅਜ਼ਾਬ ਨਾਜ਼ਲ ਕਰੇਗਾ ਔਰ ਪੂਰੀ ਦੀ ਪੂਰੀ ਕੌਮ ਨੂੰ ਤਬਾਹ ਕਰ ਦੇਗਾ। ਉਹ ਕੌਮ ਐਸੀ ਸੀ ਕਿ ਬੜੇ ਵੱਡੇ ਵੱਡੇ ਪਹਾੜਾਂ ਚੋਂ ਘਰ ਤਰਾਸ਼
ਕੇ ਬਣਾਉਂਦੀ ਸੀ ਔਰ ਇੰਨੇ ਮਜ਼ਬੂਤ ਘਰ ਬਣਾਉਂਦੀ ਸੀ ਕਿ ਉਹਨਾਂ ਨੂੰ ਯਕੀਨ ਸੀ ਕਿ ਇਹ ਹਜ਼ਾਰਾਂ ਸਾਲ ਬਾਅਦ ਵੀ ਇਹ ਜਿਹੜੇ ਅਸੀਂ ਪੱਥਰ ਕੱਟ ਕੇ ਘਰ ਬਣਾਏ ਨੇ ਇਹ ਤਬਾਹ ਨਹੀਂ ਹੋ ਸਕਦੇ। ਔਰ ਖੁਦ ਵੀ ਬੜੇ ਉੱਚੀ ਲੰਮੇ ਕੱਦਾਂ ਵਾਲੇ ਤੇ ਬੜੇ ਮਜ਼ਬੂਤ ਲੋਕ ਸਨ ਜਿਹੜੇ ਪਹਾੜਾਂ ਨੂੰ ਤਰਾਸ਼ਦੇ ਸਨ। ਤੇ ਉਸ ਊਂਠਣੀ ਨੇ ਜਦੋਂ ਦੁੱਧ ਦਿੱਤਾ ਤੇ ਸਾਰੇ ਲੋਕਾਂ ਨੂੰ ਉਹ ਪੂਰਾ ਹੁੰਦਾ ਸੀ ਔਰ ਇੱਕ ਦਿਨ ਉਹ ਪਾਣੀ ਪੀਂਦੀ ਸੀ ਔਰ ਉਸ ਦਿਨ ਹਜ਼ਰਤ ਸਾਲਿਹਾ ਨੇ ਆਖਿਆ ਕਿ ਇੱਥੇ ਕੋਈ ਦੂਸਰੀ ਮੇਰੀ ਕੌਮ ਦਾ ਬੰਦਾ ਨਾ ਆਵੇ, ਜਿਸ ਦਿਨ ਇਹਨੇ ਪਾਣੀ ਪੀਣਾ ਤੁਸੀਂ ਦੂਸਰੇ ਦਿਨ ਪਾਣੀ ਉਥੋਂ ਖੂਹ ਚੋਂ ਲਿਆ ਕਰੋ ਤੇ ਇੱਕ ਦਿਨ ਇਹ ਊਂਠਣੀ ਪੀਵੇਗੀ ਤੇ ਦੂਸਰੇ ਦਿਨ ਤੁਸੀਂ ਇਸ ਖੂਹ ਚੋਂ ਪਾਣੀ ਤੁਸੀਂ ਇਸਤੇਮਾਲ ਕਰੋਗੇ। ਚੰਦ ਦਿਨ ਤੇ ਇਸ ਤਰ੍ਹਾਂ ਹੁੰਦਾ ਰਿਹਾ ਔਰ ਪੂਰੇ ਦਾ ਪੂਰਾ ਇਲਾਕਾ ਹੀ ਉਹਦੇ ਜਿਹੜਾ ਦੁੱਧ ਹੈ ਉਹਨੂੰ ਇਸਤੇਮਾਲ ਕਰਦਾ ਰਿਹਾ। ਲੇਕਿਨ ਫਿਰ ਚੰਦ ਇੱਕ ਲੋਕਾਂ ਨੂੰ ਸ਼ਰਾਰਤ ਸੁਝੀ ਕਿ ਅਸੀਂ ਦੇਖੀਏ ਤੇ ਸਹੀ ਕਿ ਅੱਲਾ ਦੀ ਜਿਹੜੀ ਊਂਠਣੀ ਹੈ ਇਹਨੂੰ ਅਗਰ ਅਸੀਂ ਮਾਰ ਦਿੰਦੇ ਹਾਂ ਜਾਂ ਇਹਨੂੰ ਨੁਕਸਾਨ ਕਰਨੇ ਆ ਜਾਂ ਜ਼ਖਮੀ ਕਰਨੇ ਆ ਤੇ ਰੱਬ ਕੀ ਕਰੇਗਾ। ਤੇ ਉਹਨਾਂ ਨੇ ਉਹਦੀਆਂ ਕੂੰਚਾਂ ਉਹਦੀਆਂ ਲੱਤਾਂ ਉਹਦੇ ਕੰਨ ਵਗੈਰਾ ਕੱਟ ਦਿੱਤੇ, ਉਹਨੂੰ ਮਾਰ ਦਿੱਤਾ। ਤੇ ਫਿਰ ਅੱਲਾਹ ਤਾਲਾ ਨੇ ਉਸ ਕੌਮ ਨੂੰ ਬੜਾ ਸਖਤ ਅਜ਼ਾਬ ਦਿੱਤਾ ਔਰ ਹਜ਼ਰਤ ਸਾਲਿਹਾ ਨੇ ਉਹਨਾਂ ਨੂੰ ਆਖਿਆ ਕਿ ਹੁਣ ਤੁਹਾਨੂੰ ਕੋਈ ਅਜ਼ਾਬ ਤੋਂ ਬਚਾ ਨਹੀਂ ਸਕਦਾ। ਔਰ ਪਹਿਲੇ ਦਿਨ ਉਹਨਾਂ ਦੇ ਜਿਹੜੇ ਚਿਹਰੇ ਸਨ ਉਹ ਜ਼ਰਦ ਹੋ ਗਏ, ਫਿਰ ਦੂਜੇ ਦਿਨ ਸੁਰਖ ਹੋਏ, ਫਿਰ ਤੀਸਰੇ ਦਿਨ ਸਿਆਹ ਹੋ ਗਏ ਔਰ ਫਿਰ ਉਸ ਤੋਂ ਬਾਅਦ ਹਜ਼ਰਤ ਜਿਬਰਾਈਲ ਅਲੈਹਿਸਲਾਮ ਨੇ ਉਸ ਕੌਮ ਨੂੰ ਇਸ ਤਰੀਕੇ ਦੇ ਨਾਲ ਤਬਾਹ ਬਰਬਾਦ ਕੀਤਾ ਕਿ ਉਹਨਾਂ ਉੱਤੇ ਪੱਥਰ ਬਰਸਾਏ ਔਰ ਕਹਿੰਦੇ ਨੇ ਹਰ ਪੱਥਰ ਤੇ ਹਰ ਸਰਕਸ਼ ਦਾ ਨਾਮ ਲਿਖਿਆ ਹੋਇਆ ਸੀ ਜਿਸ ਪੱਥਰ ਦੇ ਨਾਲ ਉਹਦੀ ਹਲਾਕਤ ਹੋਣੀ ਸੀ ਔਰ ਉਹ ਅੱਜ ਤੱਕ ਉੱਥੇ ਨਿਸ਼ਾਨ ਨੇ। ਉਹਨਾਂ ਦੇ ਸਾਰੇ ਘਰ ਉਜੜ ਗਏ ਜਿਨ੍ਹਾਂ ਉੱਤੇ ਬੜੇ ਨਾਜ਼ ਸਨ ਔਰ ਅੱਲਾਹ ਤਾਲਾ ਨੇ ਉਹਨੂੰ ਕੱਟੀ ਹੋਈ ਖੇਤੀ ਦਵਾ ਕਰ ਤੇ ਇਸ ਵਾਸਤੇ ਇਸ ਸੂਰਤ ਦਾ ਨਾਮ ਸੂਰਤ ਹਜਰ ਰੱਖਿਆ ਗਿਆ ਹੈ। ਯਾਨੀ ਹੁਣ ਮੈਂ ਤੁਹਾਡੇ ਸਾਹਮਣੇ ਇਹਦੀਆਂ ਆਇਤ ਤਲਾਵਤ ਕਰਨ ਦੀ ਸਾਦਤ ਹਾਸਲ ਕਰਾਂਗੀ ਔਰ ਯਕੀਨਨ ਤੁਸੀਂ ਇਹਨਾਂ ਤਲਾਵਤ ਸੁਣਨ ਦੀ ਔਰ ਇਹਨਾਂ ਦੀ ਤਰਜਮਾ ਤਫਸੀਰ ਨੂੰ ਸੁਣਨ ਦੀ ਸਾਦਤ ਹਾਸਲ ਕਰੋਗੇ। ਬਿਸमिल्लाहिर रहमानिर रहीम अलिफ लाम रा तिलका आयतुल किताबे व कुरआनिन मुबीन रुबमा यवद्दुल्लज़ीना कफरू लौ कानू मुस्लिमीन ज़रहुम याकुलू व यतमत्तउ व युल्हिहिमुल अमलु फसौफा यालमून व मा अहलकना मिन क़र्यतिन इल्ला वलहा किताबुम मालूम मा तस्बिक़ु मिन उम्मतिन अजलहा व मा यस्ताखिरून। अल्लाह दे नाम नाल शुरू जेड़ा बड़ा ही मेहरबान ते बहुत ही रहम करन वाला है। अलिफ लाम रा ए आयात ने किताब ते कुरान मुबीन दियां ਕਿਸੇ ਵਕਤ ਕਾਫਰ ਚਾਹਣਗੇ ਕਾਸ਼ ਕਿ ਉਹ ਮੁਸਲਮਾਨ ਹੁੰਦੇ ਤੇ ਇਹ ਨਬੀ ਇਹਨਾਂ ਨੂੰ ਛੱਡ ਦਿਓ, ਉਹ ਖਾਵਣ ਪੀਵਣ ਤੇ ਫਾਇਦਾ ਚੁੱਕਣ ਤੇ ਝੂਠੀ ਉਮੀਦ ਇਹਨਾਂ ਨੂੰ ਗਫਲਤ ਦੇ ਵਿੱਚ ਪਾਏ ਰੱਖੇ। ਫਿਰ ਜਲਦ ਹੀ ਇਹਨਾਂ ਨੂੰ ਮਾਲੂਮ ਹੋ ਜਾਵੇਗਾ ਔਰ ਅਸੀਂ ਜਿਸ ਬਸਤੀ ਨੂੰ ਵੀ ਹਲਾਕ ਕੀਤਾ ਇਹਦੀ ਤਬਾਹੀ ਲਈ ਲਿਖੀ ਹੋਈ ਮਿਆਦ ਮੁਕਰਰ ਸੀ। ਕੋਈ ਉਮਤ ਆਪਣੇ ਮੁਕਰਰਾ ਵਕਤ ਤੋਂ ਨਾ ਅੱਗੇ ਨਿਕਲ ਸਕਦੀ ਹੈ ਔਰ ਨਾ ਪਿੱਛੇ ਰਹਿ ਸਕਦੀ ਹੈ। ਵਕਾਲੂ ਯਾ ਅਯੁਹੱਲਜ਼ੀ नुस्सिला इलैहि ज़िक्रु इन्नका लमजनून लौ मातीना बिल मलाइकति इन कुंता मिनस स्वादिकीन मा नुनज़्ज़िलुल मलाइकता इल्ला बिल हक्कि व मा कानू इज़ा मुनज़रीन इन्ना नहनु नज़्ज़लना अज़्ज़िक्रा व इन्ना लहु लहाफ़िज़ून व लक़द अरसलना मिन क़ब्लिका फ़ी शियइल अव्वलीन। और उन्होंने आख्या ਇਹ ਉਹ ਸ਼ਖਸ ਜਿਹਦੇ ਉੱਤੇ ਇਹ ਜ਼ਿਕਰ ਕੁਰਾਨ ਨਾਜ਼ਲ ਕੀਤਾ ਗਿਆ ਹੈ, ਯਕੀਨਨ ਤੂੰ ਤੇ ਮਜਨੂ ਹੈ ਤੇ ਸਾਡੇ ਕੋਲ ਫਰਿਸ਼ਤੇ ਕਿਉਂ ਨਹੀਂ ਲੈ ਕੇ ਆਂਦਾ ਅਗਰ ਤੂੰ ਸੱਚਿਆਂ ਵਿੱਚੋਂ ਹੈ। ਫਰਿਸ਼ਤੇ ਤੋਂ ਅਸੀਂ ਸਿਰਫ ਹੱਕ ਅਜ਼ਾਬ ਦੇ ਨਾਲ ਹੀ ਨਾਜ਼ਲ ਕਰਨੇ ਆ ਔਰ ਫਿਰ ਇਸ ਵਕਤ ਇਹਨਾਂ ਕੁਫਾਰ ਨੂੰ ਢਿੱਲ ਨਹੀਂ ਦਿੱਤੀ ਜਾਂਦੀ। ਬੇਸ਼ੱਕ ਅਸੀਂ ਹੀ ਇਹ ਜ਼ਿਕਰ ਕੁਰਾਨ ਨਾਜ਼ਲ ਕੀਤਾ ਹੈ ਤੇ ਬੇਸ਼ੱਕ ਅਸੀਂ ਹੀ ਇਹਦੇ ਮੁਹਾਫਿਜ਼ ਹਾਂ ਔਰ ਯਕੀਨਨ ਤੁਹਾਡੇ ਤੋਂ ਪਹਿਲੇ ਅਸੀਂ ਕਈ ਗੁਰੂਹਾਂ ਦੇ ਵਿੱਚ ਰਸੂਲ ਭੇਜ ਚੁੱਕੇ ਹਾਂ। ਅੱਲਾਹ ਤਾਲਾ ਨੇ ਮੌਜੂਦ ਸਾਮਾਈਨ ਇਹਦੇ ਵਿੱਚ ਆਖਿਆ ਹੈ ਕਿ ਜਦੋਂ ਵੀ ਕੋਈ ਰਸੂਲ ਲੋਕਾਂ ਨੂੰ ਹਦਾਇਤ ਦਿੰਦਾ ਹੈ ਤੇ ਉਹ ਉਹਦੀ ਹਦਾਇਤ ਤੇ ਯਕੀਨ ਨਹੀਂ ਕਰਦੇ। ਇਸੇ ਤਰ੍ਹਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਹੋਇਆ ਕਿ ਜਦੋਂ ਉਹਨਾਂ ਤੇ ਕੁਰਾਨ ਨਾਜ਼ਲ ਹੋਇਆ ਔਰ ਉਹਨਾਂ ਨੇ ਲੋਕਾਂ ਨੂੰ ਸੁਣਾਇਆ ਤੇ ਲੋਕੀ ਆਖਦੇ ਸੀ ਕਿ ਤੁਸੀਂ ਤੇ ਮਜਨੂ ਹੋ, ਅਗਰ ਤੁਸੀਂ ਮਜਨੂ ਨਹੀਂ ਤੇ ਤੁਹਾਡੇ ਕੋਲ ਫਰਿਸ਼ਤੇ ਕਿਉਂ ਨਹੀਂ ਆ ਜਾਂਦੇ ਅਗਰ ਤੁਸੀਂ ਸੱਚੇ ਹੋ। ਤੇ ਫਿਰ ਅੱਲਾਹ ਤਾਲਾ ਜਵਾਬ ਦਿੰਦੇ ਨੇ ਕਿ ਅਸੀਂ ਤੇ ਕਾਫਰਾਂ ਨੂੰ ਢਿੱਲ ਦਿੰਦੇ ਹਾਂ, ਅਗਰ ਅਸੀਂ ਅਜ਼ਾਬ ਲਿਆਣਾ ਹੁੰਦਾ ਤੇ ਇੱਕ ਲਮਹਾ ਨਹੀਂ ਲੱਗਦਾ। ਤੇ ਬੇਸ਼ੱਕ ਇਹ ਜਿਹੜਾ ਕੁਰਾਨ ਹੈ
ਉਹ ਅੱਲਾਹ ਦੀ ਕਲਾਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਕੁਰਾਨ ਪਾਕ ਦੀਆਂ ਕਈ ਸੂਰਤਾਂ ਦੇ ਵਿੱਚ, ਸੂਰਤ ਬਕਰਾ ਦੇ ਵਿੱਚ, ਸੂਰਤ ਹੂਦ ਦੇ ਵਿੱਚ, ਸੂਰਤ ਯੂਨਸ ਦੇ ਵਿੱਚ, ਸੂਰਤ ਇਬਰਾਹੀਮ ਦੇ ਵਿੱਚ ਔਰ ਬੇਸ਼ੁਮਾਰ ਸੂਰਤਾਂ ਦੇ ਵਿੱਚ ਬਾਰ-ਬਾਰ ਇਸ ਚੀਜ਼ ਨੂੰ ਦੁਹਰਾਇਆ ਗਿਆ ਹੈ ਕਿ ਅੱਲਾਹ ਤਾਲਾ ਦਾ ਕਲਾਮ ਹੈ ਤੇ ਅੱਲਾਹ ਇਹਦਾ ਮੁਹਾਫਿਜ਼ ਹੈ ਔਰ ਇਹ ਉਹ ਕਿਤਾਬ ਹੈ ਜਿਹਦੇ ਬਾਅਦੋਂ ਕੋਈ ਕਿਤਾਬ ਨਹੀਂ ਔਰ ਇਹ ਪਿਛਲੀਆਂ ਸਾਰੀਆਂ ਕਿਤਾਬਾਂ ਦੀ ਤਸਦੀਕ ਕਰਦੀ ਹੈ। ਔਰ ਅਗਰ ਤੁਸੀਂ ਜਾਣਨਾ ਚਾਹੋ ਕਿ ਤੌਰਾਤ 'ਚ ਕੀ ਲਿਖਿਆ ਹੈ, ਅੰਜੀਲ 'ਚ ਕੀ ਲਿਖਿਆ ਸੀ ਤੇ ਜ਼ਬੂਰ 'ਚ ਕੀ ਹੁਕਮ ਸੀ ਤੇ ਜਿਹੜਾ ਇਬਰਾਹੀਮ ਅਲੈਹਿਸਲਾਮ ਤੇ ਸਹਾਇਫ ਉਤਰੇ ਉਹਨਾਂ 'ਚ ਕੀ ਲਿਖਿਆ ਸੀ ਤੇ ਹੋਰ ਅੱਲਾਹ ਤਾਲਾ ਨੇ ਰਸੂਲਾਂ ਨੂੰ ਕੀ ਹੁਕਮ ਦੇ ਕੇ ਦੁਨੀਆ ਭੇਜਿਆ ਸੀ, ਤੇ ਉਹ ਸਾਰਾ ਕੁਝ ਤੁਹਾਨੂੰ ਕੁਰਾਨ ਪਾਕ ਦੇ ਵਿੱਚ ਮਿਲੇਗਾ। ਅਸਲ ਤੌਰਾਤ ਕੁਰਾਨ ਪਾਕ ਹੈ, ਅਸਲ ਅੰਜੀਲ ਕੁਰਾਨ ਪਾਕ ਹੈ, ਅਸਲ ਸੁਹਾਇਫ ਇਬਰਾਹੀਮੀ ਕੁਰਾਨ ਪਾਕ ਹੈ। ਤੇ ਫਿਰ ਇਹ ਲੋਕ ਕਿਉਂ ਕਹਿੰਦੇ ਨੇ ਕਿ ਇਹ ਕਲਾਮ ਇਲਾਹੀ ਨਹੀਂ ਔਰ ਇਹਦੇ ਅਸੀਂ ਖੁਦ ਮੁਹਾਫਿਜ਼ ਹਾਂ ਔਰ ਇਹਦੇ ਵਿੱਚ ਕੋਈ ਐਸੀ ਗੁੰਜਾਇਸ਼ ਨਹੀਂ ਕਿ तमाम ਦੁਨੀਆ ਦੇ ਇਨਸਾਨੋਂ ਜਿਨ ਵੀ ਮਿਲ ਕੇ ਇਹਦਾ ਇੱਕ ਲਫ਼ਜ਼ ਨਹੀਂ ਬਣਾ ਸਕਦੇ। ਔਰ ਇਹ ਖੁੱਲਾ ਚੈਲੰਜ ਹੈ ਔਰ ਪੂਰੀ ਦੁਨੀਆ ਨੂੰ ਚੈਲੰਜ ਹੈ, ਕਿਸੇ ਇੱਕ ਕੌਮ ਨੂੰ ਜਾਂ ਕਿਸੇ ਇੱਕ ਜਗ੍ਹਾ ਦੇ ਉੱਤੇ ਰਹਿਣ ਵਾਲੇ ਲੋਕਾਂ ਲਈ ਇਹ ਚੈਲੰਜ ਨਹੀਂ। ਅੱਲਾਹ ਤਾਲਾ ਨੇ ਬਾਰ-ਬਾਰ ਚੈਲੰਜ ਪੂਰੀ ਦੁਨੀਆ ਦੇ ਇਨਸਾਨਾਂ ਨੂੰ ਤੇ ਜਿਨ੍ਹਾਂ ਨੂੰ ਦਿੱਤਾ ਹੈ। ਤੇ ਜੇ ਫਿਰ ਵੀ ਕੋਈ ਬਦਬਖਤ ਤਰੀਨ ਇਨਸਾਨ ਇਹ ਆਖੇ ਕਿ ਇਹ ਕੁਰਾਨ ਆਪਣੇ ਆਪ ਕੋਲ ਬਣਾ ਲਿਆ ਹੈ, ਇਹ ਝੂਠਾ ਹੈ ਜਾਂ ਇਹਦੇ ਵਿੱਚ ਕਿਸੇ ਨੇ ਆਪਣੀ ਮਰਜ਼ੀ ਦੇ ਨਾਲ ਕੰਮ ਕੀਤਾ ਹੈ, ਤੇ ਉਸ ਤੋਂ ਵੱਡਾ ਬਦਬਖਤ ਇਸ ਜ਼ਮੀਨ ਤੇ ਹੋ ਨਹੀਂ ਸਕਦਾ। ਕਿਉਂਕਿ ਜਦੋਂ ਤੁਸੀਂ ਇੱਕ ਚੈਲੰਜ ਨੂੰ ਕਬੂਲ ਕਰ ਹੀ ਨਹੀਂ ਸਕਦੇ, ਤੁਹਾਡੇ ਕੋਲ ਕੋਈ ਰਸਤਾ ਹੀ ਨਹੀਂ, ਤੇ ਫਿਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਦੇ ਅੱਗੇ ਗਰਦਨ ਰੱਖ ਦਿਓ ਔਰ ਉਹਨੂੰ ਮੰਨ ਲਓ ਕਿ ਵਾਕਈ ਇਹ ਕਲਾਮ ਕਿਸੇ ਇਨਸਾਨ ਦਾ ਨਹੀਂ, ਇਹ ਅੱਲਾਹ ਤਾਲਾ ਦਾ ਕਲਾਮ ਹੈ। वमा यातीहिम मिर रसूलिन इल्ला कानू बिही यस्तहज़िऊन कज़ालिका नस्लुकुहु फ़ी क़ुलूबिल मुजरिमीन ला युमिनूना बिही वक़द खलत सुन्नतुल अव्वलीन वलौ फ़तहना अलैहिम बाबम मिनस समाए फ़ज़ल्लू फ़ीहि यारजून लक़ालू इन्नमा सुक्किरत अबसारुना बल नहनु कौमुम मसहूरून। और इन्हां दे कोल ਜਿਹੜਾ ਵੀ ਰਸੂਲ ਆਇਆ ਔਰ ਇਹਨਾਂ ਨਾਲ ਉਹ ਮਜ਼ਾਕ ਹੀ ਕਰਦੇ ਸੀ, ਅਸੀਂ ਇਸੇ ਤਰ੍ਹਾਂ ਮੁਜਰਮਾਂ ਦੇ ਦਿਲਾਂ ਦੇ ਵਿੱਚ ਹੰਸੀ ਮਜ਼ਾਕ ਪਾ ਦਿੰਨੇ ਆ ਔਰ ਉਹ ਇਸ ਕੁਰਾਨ ਉੱਤੇ ਈਮਾਨ ਨਹੀਂ ਲਿਆਉਂਦੇ। ਔਰ ਇਹੋ ਪਹਿਲੇ ਲੋਕਾਂ ਦਾ ਵੀ ਤਰੀਕਾ ਗੁਜ਼ਰ ਚੁੱਕਿਆ ਹੈ। ਔਰ ਅਗਰ ਅਸੀਂ ਇਹਨਾਂ ਉੱਤੇ ਅਸਮਾਨ ਤੋਂ ਇੱਕ ਦਰਵਾਜ਼ਾ ਖੋਲ ਦਈਏ ਫਿਰ ਉਹ ਇਹਦੇ ਉੱਤੇ ਚੜਨ ਲੱਗਣ ਤਾਂ ਵੀ ਉਹ ਇਹੋ ਆਖਣਗੇ ਕਿ ਸਾਡੀਆਂ ਤੇ ਨਜ਼ਰਾਂ ਹੀ ਬੰਦ ਕਰ ਦਿੱਤੀਆਂ ਗਈਆਂ ਨੇ, ਬਲਕਿ ਸਾਡੇ ਉੱਤੇ ਤੇ ਲੋਕਾਂ ਨੇ ਜਾਦੂ ਕਰ ਦਿੱਤਾ ਹੈ। वलक़द जअलना फ़िस समाए बरूजम वज़य्यनाहा लिन्नाज़िरीन व हिफ़्ज़नाहा मिन कुल्लि शैतानिर रजीम इल्ला मन इस्तरक़ अस्समअ फ़अतबअहु शिहाबुम मुबीन वल अर्ज़ मददनाहा व अलक़ैना फ़ीहा रवासिया व अम्बतना फ़ीहा मिन कुल्लि शैइन मौज़ून वजअलना लकुम फ़ीहा मआयिशा व मलनस्तुम लहू बेराज़िक़ीन। यकीनन ਅਸੀਂ ਅਸਮਾਨਾਂ ਦੇ ਵਿੱਚ ਸਿਤਾਰੇ ਬਣਾਏ ਤੇ ਇਹਨਾਂ ਨੂੰ ਨਾਜ਼ਰੀਨ ਲਈ ਯਾਨੀ ਵੇਖਣ ਵਾਲਿਆਂ ਵਾਸਤੇ ਜ਼ੀਨਤ ਦਿੱਤੀ ਔਰ ਅਸੀਂ ਇਹਨਾਂ ਨੂੰ ਹਰ ਸ਼ੈਤਾਨ ਮਰਦੂਦ ਤੋਂ ਮਹਿਫੂਜ਼ ਰੱਖਿਆ। ਮਗਰ ਜਿਹੜਾ ਚੋਰੀ ਛੁਪੇ ਸੁਨੇ ਤੇ ਚਮਕਦਾ ਹੋਇਆ ਇੱਕ ਸ਼ਹਾਬ, ਦਹਿਕਦਾ ਹੋਇਆ ਕੋਈ ਸ਼ੋਲਾ ਇਹਦਾ ਪਿੱਛਾ ਕਰਦਾ ਹੈ। ਔਰ ਅਸੀਂ ਜ਼ਮੀਨ ਫੈਲਾ ਦਿੱਤੀ ਔਰ ਇਹਦੇ ਵਿੱਚ ਪਹਾੜ ਪਾ ਦਿੱਤੇ ਔਰ ਇਹਦੇ ਵਿੱਚ ਹਰ ਚੀਜ਼ ਮੁਨਾਸਬ ਮਿਕਦਾਰ ਦੇ ਵਿੱਚ ਉਗਾ ਦਿੱਤੀ। ਔਰ ਅਸੀਂ ਤੁਹਾਡੇ ਲਈ ਜ਼ਮੀਨ ਦੇ ਵਿੱਚ ਮੁਆਸ਼ ਤੇ ਅਸਬਾਬ ਬਣਾਏ ਤੇ ਇਹਨਾਂ ਲਈ ਵੀ ਜਿਨ੍ਹਾਂ ਦੇ ਰਾਜ਼ਕ ਤੁਸੀਂ ਨਹੀਂ ਹੋ। وَإِن مِّن شَيْءٍ إِلَّا عِندَنَا خَزَائِنُهُ وَمَا نُنَزِّلُهُ إِلَّا بِقَدَرٍ مَّعْلُومٍ وَأَرْسَلْنَا الرِّيَاحَ لَوَاقِحَ فَأَنزَلْنَا مِنَ السَّمَاءِ مَاءً فَأَسْقَيْنَاكُمُوهُ فَمَا أَنتُمْ لَهُ بِخَازِنِينَ وَإِنَّا لَنَحْنُ نُحْيِي وَنُمِيتُ وَنَحْنُ الْوَارِثُونَ وَلَقَدْ عَلِمْنَا الْمُسْتَقْدِمِينَ منكم ولقد علمنا المستأخرين وإن ربك هو يحشرهم إنه حكيم عليم। और हर चीज़ ਦੇ ਖਜ਼ਾਨੇ ਸਾਡੇ ਕੋਲ ਹੀ ਨੇ ਔਰ ਅਸੀਂ ਹਰ ਚੀਜ਼ ਮਾਲੂਮ ਮਿਕਦਾਰ ਵਿੱਚ ਹੀ ਉਤਾਰਨੇ ਆ। ਔਰ ਅਸੀਂ ਬੋਝਲ ਬਾਰ ਆਵਰ ਹਵਾਵਾਂ ਭੇਜੀਆਂ, ਫਿਰ ਅਸਮਾਨ ਤੋਂ ਪਾਣੀ ਨਾਜ਼ਲ ਕੀਤਾ, ਫਿਰ ਉਹ ਤੁਹਾਨੂੰ ਪਿਲਾਇਆ ਔਰ ਇਸ ਪਾਣੀ ਦਾ ਜ਼ਖੀਰਾ ਕਰਨ ਵਾਲੇ
ਤੁਸੀਂ ਤੇ ਨਹੀਂ, ਔਰ ਬਿਲਾਸ਼ੁਬਾ ਅਸੀਂ ਹੀ ਜ਼ਿੰਦਗੀ ਤੇ ਮੌਤ ਦਿੰਨੇ ਆ, ਔਰ ਬੇਸ਼ੱਕ ਅਸੀਂ ਹੀ ਸਭ ਦੇ ਵਾਰਿਸ ਹਾਂ, ਔਰ ਯਕੀਨਨ ਅਸੀਂ ਇਹਨਾਂ ਦਾ ਇਲਮ ਰੱਖਨੇ ਆ ਜੋ ਤੁਹਾਡੇ ਤੋਂ ਪਹਿਲੇ ਗੁਜ਼ਰ ਚੁੱਕੇ ਨੇ, ਔਰ ਇਹਨਾਂ ਦਾ ਵੀ ਇਲਮ ਹੈ ਜਿਹੜੇ ਪਿੱਛੇ ਰਹਿਣ ਵਾਲੇ ਨੇ। ਤੇ ਐ ਨਬੀ, ਬੇਸ਼ੱਕ ਤੁਹਾਡਾ ਰੱਬ ਹੀ ਇਹਨਾਂ ਨੂੰ ਇਕੱਠਾ ਕਰੇਗਾ, ਬੇਸ਼ੱਕ ਉਹ ਹਕੀਮੋ ਅਲੀਮ ਹੈ। वलक़द ख़लक़नल इंसाना मिन सलसालिम मिन हमाइम मसनून वल जान्ना ख़लक़नाहु मिन क़ब्लु मिन नारिस समूम व इज़ क़ाला रब्बुका लिल मलाइकति इन्नी ख़ालिक़ुम बशरम मिन सलसालिम मिन हमाइम मसनून फ़इज़ा सव्वयतुहु व नफ़ख़्तु फीहे मिन रूही फ़क़ऊ लहू साजिदीन फ़सजदल मलाइकतु कुल्लुहुम अजमऊन। और यकीनन ਅਸੀਂ ਇਨਸਾਨ ਨੂੰ ਸੜੇ ਗਾਰੇ ਦੀ ਖਨਖਨਾਤੀ ਮਿੱਟੀ ਤੋਂ ਤਖਲੀਕ ਕੀਤਾ ਹੈ, ਔਰ ਇਸ ਤੋਂ ਪਹਿਲੇ ਜਿਨ੍ਹਾਂ ਨੂੰ ਅਸੀਂ ਸਖਤ ਹਰਾਰਤ ਵਾਲੀ ਅੱਗ ਤੋਂ ਤਖਲੀਕ ਕੀਤਾ ਹੈ। ਔਰ ਜਦੋਂ ਤੁਹਾਡੇ ਰੱਬ ਨੇ ਫਰਿਸ਼ਤਿਆਂ ਨੂੰ ਆਖਿਆ, ਬੇਸ਼ੱਕ ਮੈਂ ਸੜੇ ਗਾੜੇ ਦੀ ਖਨਖਨਾਤੀ ਮਿੱਟੀ ਤੋਂ ਇੱਕ ਬਸ਼ਰ ਤਖਲੀਕ ਕਰਨ ਵਾਲਾ ਵਾਂ, ਫਿਰ ਜਦੋਂ ਮੈਂ ਇਹਨੂੰ ਦੁਰਸਤ ਕਰ ਲਵਾਂ ਔਰ ਆਪਣੀ ਰੂਹ ਇਹਦੇ ਵਿੱਚ ਫੂਕ ਦਿਆਂ ਤੇ ਤੁਸੀਂ ਇਹਨਾਂ ਨੂੰ ਸਜਦਾ ਕਰਦੇ ਹੋਏ ਡਿੱਗ ਪੈਣਾ। ਫਿਰ ਸਾਰੇ ਫਰਿਸ਼ਤਿਆਂ ਨੇ ਇਕੱਠੇ ਸਜਦਾ ਕੀਤਾ। ਮੌਜ਼ਜ਼ ਸਾਮਾਈਨ, ਇਹਦੇ ਵਿੱਚ ਅੱਲਾਹ ਤਾਲਾ ਨੇ ਇਨਸਾਨ ਦੀ ਹਕੀਕਤ ਨੂੰ ਵਾਜ਼ਿਆ ਕੀਤਾ ਹੈ ਕਿ ਅੱਲਾਹ ਤਾਲਾ ਨੇ ਇੱਕ ਰਵਾਇਤ ਆਂਦਾ ਹੈ ਕਿ ਅੱਲਾਹ ਪਾਕ ਨੇ ਇੱਕ ਮੁੱਠੀ ਮਿੱਟੀ ਦੀ ਜ਼ਮੀਨ 'ਚ ਚੁੱਕੀ ਤੇ ਫਿਰ ਇਹਨੂੰ ਪਾਣੀ ਦੇ ਨਾਲ ਖਮੀਰ ਕੀਤਾ। ਜਦੋਂ ਸਿਆਹ ਗਾਰਾ ਬਣ ਗਿਆ ਔਰ ਬਦਬੂਦਾਰ ਹੋ ਗਿਆ ਤੇ ਅੱਲਾਹ ਤਾਲਾ ਨੇ ਉਹਦੇ 'ਚ ਸ਼ਕਲਾਂ ਬਣਾਈਆਂ, ਉਹਨੂੰ ਦੁਰਸਤ ਕੀਤਾ। ਫਿਰ ਉਹ ਸੁੱਕਣ ਲਈ ਪਿਆ ਰਿਹਾ ਤੇ ਫਿਰ ਉਹਨੂੰ ਹਰਾਰਤ ਦਿੱਤੀ ਗਈ ਤੇ ਉਹ ਇੰਨਾ ਸੁੱਕ ਗਿਆ ਕਿ ਉਹਨੂੰ ਹੱਥ ਲਾਉਣ ਨਾਲ ਉਹ ਵੱਜਣ ਲਗਾ, ਜਿਸ ਤਰ੍ਹਾਂ ਘੜੇ ਵੱਜਦੇ ਨੇ ਜਿਹੜੇ ਬਹੁਤ ਪੱਕ ਜਾਂਦੇ ਨੇ। ਇਸ ਤਰ੍ਹਾਂ ਉਹ ਮਿੱਟੀ ਪੱਕਣ ਲੱਗੀ। ਫਿਰ ਜਦੋਂ ਉਹ ਦੁਰਸਤ ਹੋ ਗਿਆ ਤੇ ਫਿਰ ਅੱਲਾਹ ਪਾਕ ਨੇ ਆਪਣੇ ਜਹਾਨ ਦੀ ਖਾਸ ਰੂਹ ਉਹਦੇ 'ਚ ਫੂਕੀ ਤੇ ਫਿਰ ਉਹ ਬੋਲਣ ਲੱਗ ਪਿਆ। ਇਹ ਇਨਸਾਨ ਦੀ ਹਕੀਕਤ ਹੈ ਤੇ ਅੱਲਾਹ ਤਾਲਾ ਇਹੋ ਚਾਹੁੰਦਾ ਹੈ ਕਿ ਬੰਦਾ ਆਪਣੀ ਅਸਲ ਨੂੰ ਤੇ ਪਛਾਣੇ ਕਿ ਉਹ ਅਸਲ 'ਚ ਹੈ ਕੀ ਹੈ ਔਰ ਕੀ ਸੀ, ਔਰ ਅਸੀਂ ਉਹਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਇਸੇ ਤਰ੍ਹਾਂ ਹੀ ਇੱਕ ਰਵਾਇਤ ਚਾਹੁੰਦਾ ਹੈ ਕਿ ਇੱਕ ਕਾਫਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ ਤੇ ਇੱਕ ਟੁੱਟੀ ਹੋਈ ਕਿਸੇ ਮੁਰਦੇ ਦੀ ਹੱਡੀ ਲੈ ਕੇ ਹਾਜ਼ਰ ਹੋਇਆ ਤੇ ਆਖਣ ਲਗਾ, ਤੁਹਾਡਾ ਕੁਰਾਨ ਕੀ ਕਹਿੰਦਾ ਹੈ ਕਿ ਇਹ ਜਦੋਂ ਇਨਸਾਨ ਹੱਡੀਆਂ ਬਣ ਜਾਏਗਾ ਤੇ ਬੁਸੀਦਾ ਹੱਡੀਆਂ ਹੋ ਜਾਣਗੀਆਂ ਤੇ ਉਹ ਫਿਰ ਦੁਬਾਰਾ ਤੋਂ ਇਨਸਾਨ ਨੂੰ ਉਹ ਤੁਹਾਡਾ ਖੁਦਾ ਬਣਾਏਗਾ। ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਦੇ ਕੋਲੋਂ ਹੱਡੀ ਲਈ, ਉਹ ਜਿਹੜੀ ਕਿਸੇ ਮੁਰਦੇ ਦੇ ਸੀ, ਤੇ ਉਹਨੂੰ ਵੇਖ ਕੇ ਆਖਿਆ ਕਿ ਇਸ ਹੱਡੀ ਦੀ ਤੇ ਕੋਈ ਸ਼ਕਲ ਹੈ, ਕੋਈ ਇਹਦੀ ਵਜ਼ਾਕਤਾ ਹੈ। ਤੂੰ ਜਿਹੜਾ ਇੱਕ ਕਤਰਾ, ਇੱਕ ਜਿਹੜਾ ਮਨੀ ਦਾ ਇੱਕ ਮਾਮੂਲੀ ਹਕੀਰ ਕਤਰਾ ਜਿਹੜਾ ਅਗਰ ਕੱਪੜਿਆਂ ਨੂੰ ਲੱਗ ਜਾਏ ਤੇ ਉਹ ਨਾਪਾਕ ਹੋ ਜਾਂਦੇ ਨੇ, ਔਰ ਜਦ ਤੱਕ ਕਲਮਾ ਨਾ ਪੜੀਏ, ਔਰ ਉਹ ਬੇਹਿਸ ਕਤਰੇ ਤੋਂ ਰੱਬ ਨੇ ਤੈਨੂੰ ਐਡਾ ਉੱਚਾ ਲੰਮਾ ਝਗੜਾਲੂ ਜਿਹਾ ਇਨਸਾਨ ਬਣਾ ਦਿੱਤਾ ਹੈ, ਤੇ ਕਿਆ ਇਹ ਉਹਦੇ ਕੋਲੋਂ ਦੂਰ ਹੈ ਕਿ ਉਹ ਫਿਰ ਦੁਬਾਰਾ ਤੈਨੂੰ ਇਨਸਾਨ ਬਣਾਏ। ਤੇ ਉਹ ਫਿਰ ਕਾਫਰ ਬੜਾ ਹੀ ਸ਼ਰਮਿੰਦਾ ਹੋਇਆ ਕਿ ਇੰਜ ਲੱਗਦਾ ਹੈ ਜਿਵੇਂ ਇਹ ਕੁਰਾਨ ਸੱਚ ਹੀ ਕਹਿੰਦਾ ਹੈ। ਪਰ ਫਿਰ ਉਹਨੇ ਇਸ ਗੱਲ ਤੇ ਯਕੀਨ ਨਾ ਕੀਤਾ ਤੇ ਫਿਰ ਉਥੋਂ ਚਲਾ ਗਿਆ ਔਰ ਇਸ ਸੋਚ ਦੇ ਵਿੱਚ ਡੁੱਬਿਆ ਰਿਹਾ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਿਹੜੀ ਗੱਲ ਕਹਿੰਦੇ ਨੇ ਉਹਦੇ 'ਚ ਮੈਨੂੰ ਸੱਚਾਈ ਹੀ ਲੱਗਦੀ ਹੈ। ਕਿਉਂਕਿ ਜਦੋਂ ਮੈਂ ਕੁਝ ਵੀ ਨਹੀਂ ਸਾਂ ਤੇ ਫਿਰ ਮੈਨੂੰ ਰੱਬ ਨੇ ਪੈਦਾ ਕੀਤਾ ਤੇ ਹੁਣ ਤੇ ਮੈਂ ਹੈਗਾ ਵਾਂ ਤੇ ਮੇਰੇ ਵਰਗਾ ਦੁਬਾਰਾ ਇਨਸਾਨ ਬਣਾਉਣਾ ਤੇ ਯਕੀਨਨ ਅੱਲਾਹ ਤਾਲਾ ਕੋਲੋਂ ਮੁਸ਼ਕਿਲ ਨਹੀਂ ਹੋਏਗਾ। ਇਲਾ ਇਬਲੀਸ ਅਬਾ ਅਨ ਯਕੂਨਾ ਅਸਾਜਦੀਨ ਕਾਲਾ ਯਾ ਇਬਲੀਸੋ ਮਾਲਕਾ अल्लाह तकूना मा साजिदीन काला लम अकुल अस्जुदा ले बशरिन खलक़तहु मिन सलसालिम मिन हमाइम मसनून काला फखरुज मिनहा फ़इन्नका रजीम व इन्ना इलैका लानता इला यौमिद्दीन काला रब्बि फ़अंज़िरनी इला यौमिन युबअसून। फिर सारे ही फरिश्तियां ने सजदा किया सवाए इबलीस दे। इन्हें इनकार किया कि सजदा करन वालियां विचों नाल होवे। अल्लाह ने फरमाया, ऐ इबलीस तैनू की हो गया है कि तू सजदा करन वालियां दे विच शामिल नहीं होया। उन्हें आख्या, मैं ऐसा ते नहीं कि एक बशर नू सजदा करा जिन्हों तू सड़े हुए बदबूदार गारे दी खनखनाती मिट्टी तो पैदा किया है। अल्लाह ने फरमाया, फिर तू इथों निकल जा, चुनाचे बिला शुबा तू मरदूद है और बेशक तेरे उत्ते यौमे जजा तक लानत है। मौज़ज़ सामाईन,
ਇਹਦੇ ਵਿੱਚ ਉਹਨਾਂ ਵਕਤਾਂ ਦਾ ਜ਼ਿਕਰ ਹੈ ਜਦੋਂ ਰੱਬ ਸੋਹਣੇ ਨੇ ਇਨਸਾਨ ਨੂੰ ਸਾਰੇ ਫਰਿਸ਼ਤਿਆਂ ਦੇ ਕੋਲੋਂ ਤਾਜ਼ੀਮ ਦਾ ਸਜਦਾ ਕਰਵਾਇਆ ਸੀ। ਸਜਦਾ ਤੇ ਉਹੀ ਹੋਏ ਜਿਹੜਾ ਅਸੀਂ ਰੱਬ ਸੋਹਣੇ ਨੂੰ ਆਪਣਾ ਮੱਥਾ ਟੇਕ ਕੇ ਜ਼ਮੀਨ ਦੇ ਉੱਤੇ ਕਰਨੇ ਆ, ਪਰ ਇਹ ਸਜਦਾ ਇਹ ਤਾਜ਼ੀਮ ਹੈ ਕਿ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਗਿਆ ਕਿ ਇਹ ਉਹ ਮਖਲੂਕ ਹੈ ਜਿਹੜੀ ਮੈਨੂੰ ਵੇਖੇਗੀ ਵੀ ਨਹੀਂ ਔਰ ਗੈਬ ਤੇ ਯਕੀਨ ਕਰੇਗੀ। ਜਦੋਂ ਮੇਰੇ ਰਸੂਲ ਉਹਦੇ ਕੋਲ ਮੇਰਾ ਪੈਗਾਮ ਉਹਨਾਂ ਕੋਲ ਲੈ ਕੇ ਜਾਣਗੇ ਤੇ ਇਹ ਗੈਬ ਦੇ ਉੱਤੇ ਚੁੱਕੇ ਈਮਾਨ ਲਿਆਣਗੇ। ਇਸ ਲਈ ਇਹ ਤੁਹਾਡੇ ਸਾਰਿਆਂ ਤੋਂ, ਤੁਸੀਂ ਤੇ ਮੈਨੂੰ ਵੇਖ ਕੇ ਇਬਾਦਤ ਕਰਦੇ ਹੋ, ਲੇਕਿਨ ਇਹ ਗੈਬ ਤੇ ਈਮਾਨ ਲਿਆਉਣਗੇ। ਔਰ ਇਹੀ ਵਜ੍ਹਾ ਹੈ ਕਿ ਅੱਲਾਹ ਤਾਲਾ ਇਨਸਾਨ ਨੂੰ ਉਸ ਵਕਤ ਤੱਕ ਮੌਕਾ ਦਿੰਦਾ ਹੈ ਜਦ ਤੱਕ ਉਹਦਾ ਆਖਰੀ ਵਕਤ ਜਿਹੜਾ ਹੈ ਉੱਤੇ ਨਾਜ਼ਲ ਨਹੀਂ ਹੋ ਜਾਂਦਾ, ਉਹਦਾ ਗਰਗਰਾ ਤਾਰੀ ਨਹੀਂ ਹੋ ਜਾਂਦਾ, ਵਰਨਾ ਉਹ ਸਾਰੀ ਜ਼ਿੰਦਗੀ ਉਹਨੂੰ ਮੌਕਾ ਦਿੰਦਾ ਹੈ ਕਿ ਉਹ ਕਲਮਾ ਪੜ੍ਹ ਲੇ ਔਰ ਤੌਬਾ ਤਾਇਬ ਹੋ ਜਾਏ ਔਰ ਪਾਕ ਸਾਫ਼ ਹੋ ਕੇ ਮੇਰੇ ਕੋਲ ਆਵੇ। ਉਹਦੇ ਵਿੱਚੋਂ ਇੱਕ ਇਬਲੀਸ ਜਿਹੜਾ ਕਹਿੰਦੇ ਨੇ ਕਿ ਪਹਿਲੇ ਜਿਨ ਸੀ ਔਰ ਜਿਨ ਤੇ ਅੱਗ ਨਾਲ ਬੰਦੇ ਨੇ, ਉਹਨੇ ਸੋਚਿਆ ਕਿ ਮੈਂ ਤੇ ਅੱਗ ਨਾਲ ਬਣਿਆ ਵਾਂ ਤੇ ਇਹ ਤੇ ਇੱਕ ਸੜੇ ਹੋਏ ਖਨਖਨਾਤੀ ਮਿੱਟੀ ਜਿਹੜੀ ਹੈ ਸਿਆਹ ਬਦਬੂਦਾਰ ਗਾਰੇ ਦੇ ਨਾਲ ਜਿਹੜੀ ਜ਼ਮੀਨ ਤੋਂ ਚੁੱਕੀ ਹੈ ਉਹਦੇ ਨਾਲ ਇਹ ਇਨਸਾਨ ਬਣਿਆ ਹੈ ਤੇ ਇਹਦੇ ਵਿੱਚ ਰੱਬ ਸੋਹਣੇ ਨੇ ਆਪਣੀ ਰੂਹ ਫੂਕੀ ਹੈ ਤੇ ਇਹਨੂੰ ਇੰਨੀ ਇੱਜ਼ਤ ਮਿਲ ਗਈ ਹੈ। ਤੇ ਹਕੀਕਤ ਦੇ ਵਿੱਚ ਤੇ ਇਹ ਸੜੀ ਹੋਈ ਮਿੱਟੀ ਹੈ ਨਾ, ਅਗਰ ਇਹਦੇ ਚ ਰੂਹ ਨਿਕਲ ਜਾਵੇ ਤੇ ਇਹ ਪਿੱਛੇ ਕੀ ਹੈ, ਸੜੀ ਮਿੱਟੀ ਹੈ ਤੇ ਮੈਂ ਤੇ ਅੱਗ ਹਾਂ ਤੇ ਅੱਗ ਤੇ ਬੜੀ ਸ਼ਾਨ ਵਾਲੀ ਚੀਜ਼ ਹੈ ਤੇ ਮੈਂ ਇਹਨੂੰ ਕਿਉਂ ਸਜਦਾ ਕਰਾਂ। ਤੇ ਇਸ ਚੀਜ਼ ਨੇ ਫਿਰ ਅੱਲਾਹ ਤਾਲਾ ਨੂੰ ਬੜਾ ਹੀ ਨਾਰਾਜ਼ ਕੀਤਾ ਔਰ ਅੱਲਾਹ ਪਾਕ ਨੇ ਆਖਿਆ ਕਿ ਤੇਰੇ ਉੱਤੇ ਰੋਜ਼ੇ ਜਜ਼ਾ ਤੱਕ ਲਾਨਤ ਹੈ। ਸਦਕ ਅੱਲਾਹੁਲ ਅਜ਼ੀਮ।